ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਕਉ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੋ ਕਉ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਕੀਰਤਨ ਸਰਵਨ ਕਰਕੇ ਮਿਲਿਆ ਸਮਾਂ ਤੇ ਸਵਾਸ ਸਫਲੇ ਬਣਾਏ ਨੇ। ਅੱਜ ਦਾ ਜੋ ਸਾਨੂੰ ਸ਼ੁਭ ਦਿਹਾੜਾ ਪ੍ਰਾਪਤ ਹੋ ਰਿਹਾ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦਾ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਅੱਜ ਦੇ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਿਰਾਜਮਾਨ ਕਰਵਾਏ ਅਤੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਪ੍ਰਕਾਸ਼ ਸਤਿਗੁਰਾਂ ਦਾ ਕਰਨ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ। ਜਿਹੜਾ ਆਪਾਂ ਬਚਨ ਪੜ੍ਹ ਰਹੇ ਸੀ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਨ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਬਚਨ ਪੜ੍ਹ ਰਹੇ ਸੀ। ਇਹ ਜਿਹੜਾ ਮੁੱਖ ਵਾਕ ਹੈ, ਇਹ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਪ੍ਰਕਾਸ਼ ਕੀਤਾ, ਉਸ ਵੇਲੇ ਦਾ ਇਹ ਮੁੱਖ ਵਾਕ ਹੈ ਜੋ ਆਪ ਸੰਗਤਾਂ ਨੇ ਕੀਰਤਨ ਦੇ ਰਾਹੀਂ ਸ਼ਬਦ ਸਰਵਣ ਕੀਤਾ। ਗ੍ਰੰਥ ਕੀ ਹੈ ਅਤੇ ਧਰਮ ਕੀ ਹੈ, ਇਹਦੀ ਵਿਚਾਰ ਆਪਾਂ ਸਰਵਣ ਕਰਾਂਗੇ। ਜਿਸ ਤਰ੍ਹਾਂ ਇੱਕ ਰੁੱਖ ਹੈ ਤੇ ਰੁੱਖ ਦਾ ਵਜੂਦ ਜੜ੍ਹਾਂ ਦੇ ਨਾਲ ਹੈ। ਜੇ ਜੜ੍ਹਾਂ ਹਨ ਤੇ ਰੁੱਖ ਹੈ, ਜੇ ਜੜ੍ਹਾਂ ਨਹੀਂ ਤੇ ਰੁੱਖ ਸੁੱਕ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਧਰਮ ਹੈ ਉਹ ਰੁੱਖ ਦੇ ਵਾਂਗ ਹੈ।
ਤੇ ਗ੍ਰੰਥ ਜਿਹੜਾ ਹੈ ਉਹ ਜੜ ਦੇ ਵਾਂਗ ਹੈ। ਜਿਨ੍ਹਾਂ ਧਰਮਾਂ ਦੇ ਕੋਲ ਗ੍ਰੰਥ ਨਹੀਂ, ਉਹ ਧਰਮ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਰਹਿਣਗੇ, ਮਿਟ ਜਾਣਗੇ, ਮੁੱਕ ਜਾਣਗੇ। ਜਿਨ੍ਹਾਂ ਧਰਮਾਂ ਦੇ ਕੋਲ ਗ੍ਰੰਥ ਰੂਪੀ ਜੜ ਹੈ, ਉਹ ਧਰਮ ਸਦਾ ਵਾਸਤੇ ਆਬਾਦ ਰਹਿੰਦੇ ਨੇ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਮਕਾਨ ਭਾਵੇਂ ਕਿੰਨਾ ਵੀ ਸੁੰਦਰ ਕਿਉਂ ਨਾ ਬਣਾਇਆ ਜਾਏ, ਪਰ ਉਸ ਸੋਹਣੇ ਸੁੰਦਰ ਮਕਾਨ ਦੀਆਂ ਜਿਹੜੀਆਂ ਨੀਆਂ ਨੇ, ਨੀਆਂ ਤੋਂ ਬਿਨਾ ਮਕਾਨ ਨਹੀਂ, ਗ੍ਰੰਥ ਤੋਂ ਬਿਨਾ ਧਰਮ ਪ੍ਰਫੁੱਲਤ ਨਹੀਂ ਹੁੰਦਾ। ਸਮੇਂ ਸਮੇਂ ਤੇ ਅਵਤਾਰ ਆਏ ਨੇ, ਪੈਗੰਬਰ ਆਏ ਨੇ, ਦੇਵਤੇ ਆਏ ਨੇ, ਪਰ ਉਹ ਸਰੀਰ ਕਰਕੇ ਸਦਾ ਨਹੀਂ ਰਹਿ ਸਕੇ, ਉਹ ਦੁਨੀਆ ਤੋਂ ਚਲੇ ਗਏ। ਹਿੰਦੂ ਮਤ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਕੋਲ ਵੀ 4 ਵੱਡੇ ਗ੍ਰੰਥ ਨੇ, ਜਿਨ੍ਹਾਂ ਨੂੰ ਵੇਦ ਕਿਹਾ ਜਾਂਦਾ ਹੈ। ਸ਼ਾਮ ਵੇਦ, ਅਥਰਵਣ ਵੇਦ, ਯਜੁਰ ਵੇਦ ਤੇ ਰਿਗ ਵੇਦ, 4 ਵੇਦ ਉਹਨਾਂ ਦੇ ਕੋਲ ਨੇ। ਆਪਾਂ ਇਹ ਬਚਨ ਸਰਵਣ ਕੀਤਾ ਹੈ ਕਿ ਗ੍ਰੰਥ ਜਿਹੜਾ ਹੈ ਉਹ ਧਰਮ ਦੀ ਜੜ ਹੋਇਆ ਕਰਦਾ ਹੈ, ਤੇ ਹਿੰਦੂ ਮਤ ਦੇ ਵਿੱਚ ਇਹ 4 ਵੱਡੇ ਗ੍ਰੰਥ ਮੰਨੇ ਜਾਂਦੇ। ਭਾਵੇਂ ਕਿ ਇਹਨਾਂ ਤੋਂ ਬਿਨਾਂ ਅੱਗੇ ਸਿਮਰਤੀਆਂ ਨੇ, ਸ਼ਾਸਤਰ ਨੇ, ਹੋਰ ਗੀਤਾ ਇਤਿਆਦਿ ਕਈ ਗ੍ਰੰਥ ਨੇ, ਪਰ ਇਹਨਾਂ ਗ੍ਰੰਥਾਂ ਨੂੰ ਮੁੱਢ ਮੰਨਿਆ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਜੇ ਮੁਸਲਮਾਨ ਧਰਮ ਦੀ ਗੱਲ ਕਰੀਏ ਤੇ ਉਹਨਾਂ ਦੇ ਕੋਲ ਵੀ 4 ਕਿਤਾਬਾਂ ਨੇ, ਜਿਸ ਨੂੰ ਅੰਜੀਲ ਕਿਹਾ ਜਾਂਦਾ ਹੈ, ਤੌਰੇਤ ਕਿਹਾ ਜਾਂਦਾ ਹੈ, ਕੁਰਾਨ ਕਿਹਾ ਜਾਂਦਾ ਹੈ। ਇਹ ਉਹਨਾਂ ਧਾਰਮਿਕ ਗ੍ਰੰਥਾਂ ਦੇ ਨਾਮ ਨੇ ਜਿਹੜੇ ਮੁਸਲਮਾਨ ਧਰਮ ਦੇ ਕੋਲ ਨੇ, ਜਿਸ ਦੀ ਰੋਸ਼ਨੀ ਦੇ ਵਿੱਚ ਉਹ ਚੱਲਦੇ ਨੇ, ਆਪਣੇ ਕਰਮ ਕਾਂਡ ਨੂੰ ਕਰਦੇ ਨੇ, ਵਿਚਰਦੇ ਨੇ। ਉਹਨਾਂ ਦਾ ਧਰਮ ਬਾਖੂਬੀ ਦੁਨੀਆ ਤੇ ਬਣਿਆ ਹੋਇਆ। ਜੇ ਈਸਾਈ ਧਰਮ ਦੀ ਗੱਲ ਕਰੀਏ ਤੇ ਉਹਨਾਂ ਦੇ ਕੋਲ ਵੀ ਬਾਈਬਲ ਨਾਮ ਦਾ ਗ੍ਰੰਥ ਹੈ। ਕਹਿਣ ਤੋਂ ਭਾਵ ਇਹ ਹੈ ਵੀ ਜਿਹੜੇ ਜਿਹੜੇ ਧਰਮ ਦੁਨੀਆ ਵਿੱਚ ਪ੍ਰਸਿੱਧ ਹੋਏ ਨੇ ਨਾ ਗੁਰਮੁਖੋ, ਉਹਨਾਂ ਦੇ ਕੋਲ ਆਪੋ ਆਪਣਾ ਗ੍ਰੰਥ ਹੈ, ਤੇ ਗ੍ਰੰਥ ਦੀ ਰੋਸ਼ਨੀ ਦੇ ਵਿੱਚ ਉਹ ਜਿਹੜੇ ਲੋਕ ਹਨ ਅੱਗੇ ਅੱਗੇ ਆਪਣੇ ਕਾਰ ਵਿਹਾਰ ਨੂੰ ਕਰਦੇ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਵੀ ਵਿਚਾਰਿਆ ਵੀ ਅਸੀਂ ਇੱਕ ਪੰਥ ਚਲਾਇਆ ਹੈ ਅਤੇ ਸਿੱਖਾਂ ਨੂੰ ਉਪਦੇਸ਼ ਵੀ ਦੇ ਰਹੇ ਹਾਂ, ਪਰ ਸਰੀਰ ਕਰਕੇ ਸਦਾ ਨਹੀਂ ਰਹਿਣਾ, ਸਰੀਰ ਕਰਕੇ ਚਲੇ ਜਾਣਾ ਹੈ। ਇਸ ਕਰਕੇ ਇਹਨਾਂ ਨੂੰ ਵੀ ਇੱਕ ਜੜ ਦੇਣੀ ਚਾਹੀਦੀ ਹੈ, ਸਦਾ ਵਾਸਤੇ ਧਰਮ ਨੂੰ ਆਬਾਦ ਕਰਨ ਵਾਸਤੇ, ਪ੍ਰਫੁੱਲਤ ਕਰਨ ਵਾਸਤੇ। ਉਹਨਾਂ ਨੇ ਸਾਨੂੰ ਇਹ ਦਾਤ ਦੇਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦਾ ਇਹ ਜੋ ਗ੍ਰੰਥ ਹੈ, ਇਹ ਸਾਨੂੰ ਬਖਸ਼ਿਸ਼ ਕੀਤਾ। ਗੁਰੂ ਬਚਨ ਜਿਹੜਾ ਹੈ ਉਹ 10ਵੇਂ ਪਾਤਸ਼ਾਹ ਨੇ ਨਾਲ ਬਖਸ਼ਿਸ਼ ਕੀਤਾ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਜਿਹੜਾ ਗੁਰੂ ਸ਼ਬਦ ਹੈ ਨਾ ਗ੍ਰੰਥ ਸਾਹਿਬ ਜੀ ਦੇ ਨਾਲ, ਇਹ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਗੁਰੂ ਅਰਜਨ ਸਾਹਿਬ ਜੀ ਇਸ ਗ੍ਰੰਥ ਨੂੰ ਤਿਆਰ ਕਰਨ ਵਾਲੇ, ਤਾਂ ਕਿ ਸਾਡੇ ਸਿੱਖ ਜਿਹੜੇ ਨੇ ਨਾ ਆਉਣ ਵਾਲੇ ਸਮੇਂ ਵਿੱਚ ਬਾਣੀ ਪੜ੍ਹ ਕੇ ਗਿਆਨ ਲੈ ਕੇ ਗੁਰੂ ਦੇ ਕੋਲੋਂ ਤੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾ ਲੈਣ, ਜਿਸ ਵਾਸਤੇ ਅਸੀਂ ਦੁਨੀਆ ਵਿੱਚ ਆਏ ਹਾਂ। ਤੇ ਗੁਰਮੁਖੋ ਦੁਨੀਆ ਦੇ ਵਿੱਚ ਇਕੱਲੇ ਇੱਕ ਅਸੀਂ ਇਹੋ ਜਿਹੇ ਹਾਂ ਜਿਨ੍ਹਾਂ ਦੇ ਗੁਰੂ ਨੇ ਸਾਨੂੰ ਇਹ ਦਾਤ ਆਪ ਦਿੱਤੀ ਹੈ, ਕੋਲ ਬੈਠ ਕੇ ਲਿਖਵਾ ਕੇ। ਫਿਰ ਵੀ ਭਾਵੇਂ ਅਸੀਂ ਸ਼ੰਕਾ ਕਰ ਲੈਂਦੇ ਦੂਜੇ ਧਰਮਾਂ ਦਾ, ਕਦੇ ਇਤਿਹਾਸ ਪੜ੍ਹ ਕੇ ਵੇਖ ਲਵੋ, ਦੁਨੀਆ ਦਾ ਸਭ ਤੋਂ ਵੱਡਾ ਤੇ ਪੁਰਾਣਾ ਗ੍ਰੰਥ ਵੇਦ ਨੂੰ ਮੰਨਿਆ ਜਾਂਦਾ ਹੈ। ਪਰ ਵੇਦ ਨੂੰ ਉਚਾਰਨ ਵਾਲੇ ਬ੍ਰਹਮਾ ਜੀ ਆਪ ਨੇ, ਉਹਨਾਂ ਨੇ ਵੇਦ ਉਚਾਰਿਆ, ਪਰ ਉਹ ਵੇਦ ਨੂੰ ਲਿਖਣ ਵਾਲੇ ਆਪ ਨਹੀਂ। ਲਿਖਿਆ ਗਿਆ ਉਹਨਾਂ ਤੋਂ ਕਈ 100 ਸਾਲ ਬਾਅਦ ਵਿੱਚ, ਕਈ ਸਦੀਆਂ ਬਾਅਦ ਵਿੱਚ ਰਿਸ਼ੀਆਂ ਮੁਨੀਆਂ ਨੇ ਲਿਖਿਆ। ਜੋ ਉਹਨਾਂ ਨੂੰ ਗਿਆਨ ਮਿਲਿਆ ਨਾ ਬ੍ਰਹਮਾ ਜੀ ਦੇ ਕੋਲੋਂ, ਉਹ ਗਿਆਨ ਨੂੰ ਪੱਤਰਿਆਂ ਦੇ ਉੱਪਰ ਲਿਖ ਲਿਆ ਗਿਆ। ਇੱਧਰ ਉੱਧਰ ਜਿਹੜੀਆਂ ਵਸਤੂਆਂ ਸਨ ਉਹਨਾਂ ਤੇ ਲਿਖਿਆ ਗਿਆ। ਬਾਅਦ ਵਿੱਚ ਕਈ ਸਦੀਆਂ ਬਾਅਦ ਜਾ ਕੇ ਫਿਰ ਉਹ ਵੇਦ ਦੇ ਰੂਪ ਦੇ ਵਿੱਚ ਦੁਨੀਆ ਵਿੱਚ ਉਹ ਗ੍ਰੰਥ ਪ੍ਰਸਿੱਧ ਹੋਇਆ। ਉਚਾਰਿਆ ਵੇਦ ਬ੍ਰਹਮਾ ਨੇ, ਪਰ ਲਿਖਿਆ ਜਾਂ ਲਿਖਵਾਇਆ ਨਹੀਂ। ਕੇਵਲ ਲਿਖਿਆ ਜਾਂ ਲਿਖਵਾਇਆ ਰਿਸ਼ੀਆਂ ਨੇ ਹੈ, ਕਈ 100 ਸਾਲ ਬਾਅਦ ਜਾ ਕੇ। ਪਰ ਕਦੇ ਤੁਸੀਂ ਸੁਣਿਆ ਵੀ ਕਿਸੇ ਹਿੰਦੂ ਮਤ ਦੇ ਕਿਸੇ ਵਿਅਕਤੀ ਨੇ ਸ਼ੰਕਾ ਕੀਤਾ ਹੋਵੇ ਵੀ ਵੇਦ ਵਿੱਚ ਆਹ ਗੱਲ ਠੀਕ ਨਹੀਂ ਹੈ ਜਾਂ ਆਹ ਗੱਲ ਠੀਕ ਹੈ? ਭਾਵੇਂ ਕਿ ਉਹ ਜਿਸ ਨੇ ਉਚਾਰਿਆ ਉਹਨੇ ਲਿਖਵਾਇਆ ਨਹੀਂ, ਪਰ ਸ਼ੰਕਾ ਕੋਈ ਨਹੀਂ ਕੀਤਾ। ਇਸੇ ਤਰ੍ਹਾਂ ਗੁਰਮੁਖੋ ਜੇ ਮੁਸਲਮਾਨ ਧਰਮ ਦੀ ਗੱਲ ਕਰੀਏ ਨਾ, ਕੁਰਾਨ ਵਰਗੇ ਬੜੇ ਪਵਿੱਤਰ ਗ੍ਰੰਥ ਨੇ ਉਹਨਾਂ ਦੇ ਕੋਲ, ਪਰ ਜਿਨ੍ਹਾਂ ਨੇ ਉਹ ਗ੍ਰੰਥ ਉਚਾਰੇ ਸਨ ਪੈਗੰਬਰਾਂ ਨੇ, ਉਹਨਾਂ ਨੇ ਕੋਲ ਬੈਠ ਕੇ ਲਿਖਵਾਏ ਨਹੀਂ।
ਲਿਖੇ ਗਏ ਕਈ 100 ਸਾਲ ਬਾਅਦ ਵਿੱਚ, ਕਈ ਉਹਨਾਂ ਦੇ ਉਤਾਰੇ ਹੋਏ। ਉਹਨਾਂ ਉਤਾਰਿਆਂ ਵਿੱਚ ਵੀ ਬੜੇ ਬੜੇ ਫਰਕ ਨੇ। ਦੁਨੀਆ ਵਿੱਚ ਕੁਰਾਨ ਨੂੰ ਮੁਸਲਮਾਨਾਂ ਦਾ ਧਰਮ ਦਾ ਵੱਡਾ ਗ੍ਰੰਥ ਮੰਨਿਆ ਜਾਂਦਾ, ਤੇ ਗੁਰਮੁਖੋ ਕੁਰਾਨ ਵੀ 5 ਤਰ੍ਹਾਂ ਦੀ ਹੈ ਦੁਨੀਆ ਦੇ ਵਿੱਚ। ਇੱਕ ਦੇ ਨਾਲ ਦੂਜੀ ਮੇਲ ਨਹੀਂ ਖਾਂਦੀ, ਦੂਜੀ ਦੇ ਨਾਲ ਤੀਜੀ ਥੋੜਾ ਫਰਕ ਹੈ ਉਹਨਾਂ ਦੇ ਵਿੱਚ ਆਪਸ ਵਿੱਚ। ਪਰ ਕਦੇ ਕਿਸੇ ਮੁਸਲਮਾਨ ਦੇ ਕੋਲੋਂ ਇਹ ਨਹੀਂ ਸੁਣੋਗੇ ਵੀ ਇਹ ਕੁਰਾਨ ਦੇ ਵਿੱਚ ਗਲਤ ਲਿਖਿਆ ਜਾਂ ਇਹ ਠੀਕ ਲਿਖਿਆ। ਜੋ ਲਿਖਿਆ ਉਹ ਸਹੀ ਲਿਖਿਆ। ਤੇ ਅਸੀਂ, ਸਾਡੇ ਵੱਡੇ ਭਾਗ ਨੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪ ਕੋਲ ਬੈਠੇ ਨੇ ਬਾਣੀ ਲਿਖਵਾਉਣ ਵਾਸਤੇ, ਤੇ ਤਾਂ ਸਾਨੂੰ ਉਹਨਾਂ ਨੇ ਬਾਣੀ ਲਿਖਵਾ ਕੇ ਦਿੱਤੀ ਹੈ। ਪਰ ਸ਼ੰਕਾ ਅਸੀਂ ਫਿਰ ਵੀ ਕਰ ਲੈਂਦੇ ਹਾਂ ਕਿ ਆਹ ਠੀਕ ਨਹੀਂ, ਆਹ ਗਲਤ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਦਾਹਰਨਾਂ ਹਨ ਉਹ ਦੁਨੀਆ ਵਿੱਚ ਮਿਲਦੀਆਂ ਨੇ ਕਿ ਵੱਖ-ਵੱਖ ਧਰਮਾਂ ਦੇ ਪੈਗੰਬਰਾਂ ਨੇ, ਅਵਤਾਰਾਂ ਨੇ ਆਪੋ ਆਪਣੇ ਧਰਮ ਵਾਸਤੇ ਗ੍ਰੰਥ ਲਿਖੇ ਜਾਂ ਲਿਖਵਾਏ। ਕਿਉਂਕਿ ਜਿਹੜਾ ਗ੍ਰੰਥ ਹੈ ਧਰਮ ਨੂੰ ਰੋਸ਼ਨੀ ਦਿੰਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਵੀ ਇਹ ਪਰਉਪਕਾਰ ਕਰਦੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੁਨੀਆ ਦੇ ਵਿੱਚ ਆਏ। ਜਦੋਂ ਮਹਾਰਾਜ ਜੀ ਕਿਤੇ ਵਿਚਰਦੇ ਸਨ, ਕਿਤੇ ਜਾਂਦੇ ਸਨ, ਤੇ ਉਸ ਵੇਲੇ ਮਹਾਰਾਜ ਜੀ ਬਾਣੀ ਦਾ ਕੋਈ ਸ਼ਬਦ ਉਚਾਰਦੇ, ਕੋਈ ਸ਼ਬਦ ਪੜ੍ਹਦੇ ਕਿਸੇ ਦੇ ਭਲੇ ਵਾਸਤੇ, ਤੇ ਪਾਤਸ਼ਾਹ ਜੀ ਉਹ ਸ਼ਬਦ ਜਿਹੜਾ ਸੀ ਪੋਥੀ ਸਾਹਿਬ ਦੇ ਵਿੱਚ ਲਿਖ ਲੈਂਦੇ। ਉਹਨਾਂ ਸ਼ਬਦਾਂ ਨੂੰ ਇਕੱਠਿਆਂ ਕਰਦੇ ਗਏ। ਅੱਜ ਵੀ ਆਪਾਂ ਵੇਖ ਲਈਏ ਕੋਈ ਕਵੀ ਜਿਹੜਾ ਨਾ ਕਵਿਤਾ ਲਿਖਣ ਵਾਲਾ, ਕੋਈ ਗੀਤਕਾਰ, ਕੋਈ ਹੋਰ, ਉਹ ਜਿਹੜੀ ਵੀ ਰਚਨਾ ਨੂੰ ਰਚਦਾ ਹੈ, ਲਿਖਦਾ ਹੈ, ਉਸ ਨੂੰ ਕਾਗਜ਼ ਦੇ ਉੱਪਰ ਉਤਾਰ ਲੈਂਦਾ, ਕਿਉਂਕਿ ਉਹ ਰਚਨਾ ਹੂ ਬਹੂ ਉਸੇ ਤਰ੍ਹਾਂ ਰਹਿ ਨਹੀਂ ਸਕਦੀ। ਤੇ ਫਿਰ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਜੀਆਂ ਨੇ ਜਿਹੜੇ ਸ਼ਬਦ ਉਚਾਰੇ, ਉਹਨਾਂ ਨੇ ਵੀ ਪੋਥੀ ਦੇ ਰੂਪ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਇਕੱਠਿਆਂ ਕੀਤਾ। ਤੇ ਇਸ ਦਾ ਜਿਹੜਾ ਹਵਾਲਾ ਹੈ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਜਦੋਂ ਕਾਜੀ ਤੇ ਮੁਲਾਣੇ ਆਏ ਨਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਹਿੰਦੂ ਮਤ ਦੇ ਵੱਡੇ ਵੱਡੇ ਪੰਡਤ ਆਏ, ਕਹਿਣ ਲੱਗੇ ਮਹਾਰਾਜ ਇਹ ਦੱਸੋ ਹਿੰਦੂ ਧਰਮ ਵੱਡਾ ਹੈ ਕਿ ਮੁਸਲਮਾਨ ਧਰਮ ਵੱਡਾ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਵੀ ਇਹ ਜਿਹੜੀ ਤੁਹਾਡੇ ਕੋਲ ਕਿਤਾਬ ਹੈ ਨਾ, ਇਹਨੂੰ ਫੋਲ ਕੇ ਦੱਸੋ ਵੀ ਧਰਮ ਕਿਹੜਾ ਵੱਡਾ ਹੈ। ਤੇ ਮਹਾਰਾਜ ਨੇ ਆਖਿਆ ਸੀ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਭਾਈ ਗੁਰਦਾਸ ਜੀ ਇੱਥੇ ਉਦਾਹਰਨ ਦੇ ਕੇ ਦੱਸ ਗਏ ਵੀ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪੋਥੀ ਹੈ, ਤੇ ਪੋਥੀ ਕਿਹੜੀ ਹੈ ਜਿਹਦੇ ਵਿੱਚ ਉਹ ਸ਼ਬਦ ਦਰਜ ਕਰਦੇ ਸਨ, ਜਦੋਂ ਸ਼ਬਦ ਉਚਾਰਦੇ ਸਨ। ਤੇ ਪਾਤਸ਼ਾਹ ਜੀਆਂ ਨੇ ਫਿਰ ਗੁਰਤਾ ਗੱਦੀ ਨਾ ਭਾਈ ਲਹਿਣਾ ਸਾਹਿਬ ਜੀਆਂ ਨੂੰ ਬਖਸ਼ਿਸ਼ ਕੀਤੀ, ਗੁਰੂ ਅੰਗਦ ਸਾਹਿਬ ਬਣਾ ਕੇ। ਉਹ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਸਨ ਗੁਰੂ ਅੰਗਦ ਸਾਹਿਬ ਜੀ ਨੂੰ ਉਸ ਵੇਲੇ ਦੇ ਦਿੱਤੀਆਂ। ਗੁਰੂ ਅੰਗਦ ਸਾਹਿਬ ਜੀਆਂ ਨੇ ਜਿਹੜੀ ਬਾਣੀ ਉਚਾਰੀ ਉਹਨਾਂ ਨੂੰ ਪੋਥੀਆਂ ਵਿੱਚ ਲਿਖਿਆ ਗਿਆ, ਤੇ ਉਹ ਪੋਥੀਆਂ ਜਿਹੜੀਆਂ ਸਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬਖਸ਼ਿਸ਼ ਹੋਈਆਂ। ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੀ ਬਾਣੀ ਉਚਾਰੀ ਉਹ ਲਿਖਵਾ ਕੇ ਆਪਣੇ ਪੋਤਰੇ ਸਹੰਸ ਰਾਮ ਦੇ ਕੋਲ ਰੱਖ ਦਿੱਤੀਆਂ। ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਪੁੱਤਰ ਸਨ ਬਾਬਾ ਮੋਹਨ ਜੀ, ਤੇ ਬਾਬਾ ਮੋਹਨ ਜੀਆਂ ਦੇ ਵੱਡੇ ਪੁੱਤਰ ਸਨ ਸਹੰਸ ਰਾਮ। ਕਹਿਣ ਤੋਂ ਭਾਵ ਗੁਰੂ ਅਮਰਦਾਸ ਪਾਤਸ਼ਾਹ ਦੇ ਵੱਡੇ ਪੋਤਰੇ, ਉਹਨਾਂ ਦੇ ਕੋਲ ਪੋਥੀਆਂ ਰਖਵਾ ਦਿੱਤੀਆਂ ਅਤੇ ਬਾਣੀ ਲਿਖਵਾ ਕੇ ਇਕੱਤਰ ਕਰਵਾਈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਜਿਹੜੀ ਬਾਣੀ ਉਚਾਰੀ, ਉਹਨਾਂ ਨੇ ਬਾਣੀ ਉਚਾਰ ਕੇ ਉਹ ਵੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪੋਤਰੇ ਸੋ ਭਾਈ ਸਹੰਸ ਰਾਮ ਦੇ ਕੋਲ 4 ਗੁਰੂ ਸਾਹਿਬਾਂ ਦੀ ਬਾਣੀ ਵਿਦਵਾਨਾਂ ਨੇ ਲਿਖਿਆ ਵੀ 2 ਪੋਥੀਆਂ ਦੇ ਵਿੱਚ ਗੋਇੰਦਵਾਲ ਦੀ ਧਰਤੀ ਤੇ ਬਿਰਾਜਮਾਨ ਕਰਵਾਈ ਗਈ। ਤੇ ਉਹਨਾਂ ਦੀ ਰਾਖੀ ਤੇ ਸਾਂਭ ਸੰਭਾਲ ਜਿਹੜੀ ਹੈ ਬਾਬਾ ਮੋਹਨ ਜੀ ਗੁਰੂ ਅਮਰਦਾਸ ਪਾਤਸ਼ਾਹ ਦੇ ਵੱਡੇ ਪੁੱਤਰ ਅਤੇ ਸਹੰਸ ਰਾਮ ਜੀ ਕਰਦੇ ਰਹੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਜਿਸ ਵੇਲੇ ਬਿਰਾਜਮਾਨ ਹੋਏ, ਕਿਉਂਕਿ ਗੁਰੂ ਪਾਤਸ਼ਾਹ ਨੂੰ ਪਹਿਲਾਂ ਹੀ ਇਹ ਵਰ ਬਖਸ਼ਿਸ਼ ਪ੍ਰਾਪਤ ਸੀਗੀ, ਕਿਉਂਕਿ 10 ਗੁਰੂ ਸਾਹਿਬਾਨ ਆਏ ਨੇ ਦੁਨੀਆ ਦੇ ਉੱਪਰ ਭਲਾ ਕਰਨ ਵਾਸਤੇ। ਸਾਰਿਆਂ ਦੀ ਵੱਖੋ ਵੱਖਰੀ ਡਿਊਟੀ ਪਰਮਾਤਮਾ ਦੇ ਵੱਲੋਂ ਲੱਗੀ ਹੈ, ਔਰ ਗੁਰੂ ਅਰਜਨ ਸਾਹਿਬ ਜੀ ਦੀ ਡਿਊਟੀ ਲੱਗੀ ਸੀ ਗੁਰਬਾਣੀ ਨੂੰ ਇਕੱਤਰਤ ਕਰਨਾ, ਗ੍ਰੰਥ ਦੀ ਸਥਾਪਨਾ ਕਰਨਾ। ਤਾਂ ਹੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬਚਨ ਕੀਤੇ ਸਨ, ਦੋਹੇ ਥਾ ਬਾਣੀ ਕਾ ਬੋਏ ਥਾ। ਛੋਟੇ ਹੁੰਦਿਆਂ ਹੀ ਉਹਨਾਂ ਨੇ ਵਰ ਬਖਸ਼ਿਸ਼ ਕਰ ਦਿੱਤਾ ਸੀ ਗੁਰੂ ਅਰਜਨ ਸਾਹਿਬ ਜੀਆਂ ਨੂੰ ਵੀ ਇਹ ਜਿਹੜੇ ਸਾਡੇ ਦੋਤਰੇ ਹੋਣਗੇ ਨਾ, ਬਾਣੀ ਦਾ ਵੱਡਾ ਜਹਾਜ਼ ਰਚਣਗੇ, ਕਿਉਂਕਿ ਆਉਣ ਵਾਲੇ ਸਮੇਂ ਨੂੰ ਉਹ ਜਾਣਦੇ ਸਨ ਵੀ ਇਹਨਾਂ ਦੇ ਜਿੰਮੇ ਇਹ ਡਿਊਟੀ ਲੱਗੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਤੇ ਸਤਿਗੁਰੂ ਪਾਤਸ਼ਾਹ ਦੀਵਾਨ ਦੇ ਵਿੱਚ ਬੈਠੇ ਸਨ, ਤੇ ਉਸ ਵੇਲੇ ਕਹਿਣ ਲੱਗੇ ਵੀ ਕੁਝ ਜਿਹੜੇ ਗੁਰੂ ਕੇ ਕੀਰਤਨੀਏ ਕੀਰਤਨ ਕਰਨ ਵਾਲੇ, ਉਹਨਾਂ ਨੇ ਸਤਿਗੁਰਾਂ ਦੀ ਬਾਣੀ ਤੋਂ ਬਾਹਰੀ ਜਾ ਕੇ ਸ਼ਬਦ ਪੜ੍ਹਿਆ।
ਜਿਹੜਾ ਗੁਰੂ ਪਾਤਸ਼ਾਹ ਨੇ ਉਚਾਰਿਆ ਨਹੀਂ ਸੀ ਪਰ ਪੜ੍ਹ ਦਿੱਤਾ ਗਿਆ। ਜਦੋਂ ਸੁਣਿਆ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਤੇ ਸਤਿਗੁਰਾਂ ਨੇ ਉਸ ਵੇਲੇ ਬੁਲਾ ਕੇ ਪੁੱਛਿਆ, ਕਹਿਣ ਲੱਗੇ ਭਾਈ ਆ ਜਿਹੜਾ ਸ਼ਬਦ ਸਰਵਣ ਕਰਵਾਇਆ ਇਹ ਸ਼ਬਦ ਤੁਸੀਂ ਕਿੱਥੋਂ ਪੜ੍ਹਿਆ? ਉਹਨਾਂ ਨੇ ਦੱਸਿਆ ਜੀ ਪੋਥੀ ਦੇ ਵਿੱਚੋਂ ਫਲਾਣੀ ਥਾਂ ਤੋਂ ਪੜ੍ਹਿਆ। ਮਹਾਰਾਜ ਕਹਿਣ ਲੱਗੇ ਭਾਈ ਇਹ ਸਾਡੇ ਸਤਿਗੁਰਾਂ ਦੀ ਬਾਣੀ ਨਹੀਂ ਹੈ, ਇਹ ਤੇ ਕਿਸੇ ਵਿਅਕਤੀ ਦੀ ਲਿਖੀ ਹੋਈ ਬਾਣੀ ਹੈ, ਸਾਡਿਆਂ ਗੁਰਾਂ ਦੀ ਇਹ ਬਾਣੀ ਪ੍ਰਮਾਣਿਤ ਕੀਤੀ ਹੋਈ ਨਹੀਂ ਹੈ। ਜਿਸ ਵੇਲੇ ਪੁੱਛ ਪੜਤਾਲ ਕਰਵਾਈ ਨਾ ਮਹਾਰਾਜ ਜੀਆਂ ਨੇ ਵੀ ਇਹ ਕਿੰਨੇ ਇਹ ਕਰਮ ਕੀਤਾ ਹੈ, ਉਸ ਵੇਲੇ ਪਤਾ ਲੱਗਾ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਵੱਡੇ ਭਰਾ ਨੇ ਬਾਬਾ ਪ੍ਰਿਥੀ ਚੰਦ ਜੀ। ਪ੍ਰਿਥੀ ਚੰਦ ਜੀਆਂ ਦਾ ਪੁੱਤਰ ਹੈ ਬਾਬਾ ਮਿਹਰਬਾਨ, ਤੇ ਉਹਦੇ ਮਨ ਵਿੱਚ ਇੱਛਾ ਸੀ ਕਿ ਮੈਂ ਗੁਰੂ ਬਣਾ। ਉਹਦਾ ਕਾਰਨ ਇਹ ਹੈ ਕਿ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਪੁੱਤਰ ਪੈਦਾ ਨਹੀਂ ਸਨ ਹੋਏ। ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦਾ ਹਾਲੇ ਅਵਤਾਰ ਨਹੀਂ ਸੀ ਹੋਇਆ, ਤੇ ਸੰਗਤਾਂ ਆਮ ਹੀ ਇਹ ਗੱਲ ਕਹਿ ਦਿੰਦੀਆਂ ਸਨ, ਜਾਂ ਪ੍ਰਿਥੀ ਚੰਦ ਆਮ ਹੀ ਇਹ ਗੱਲ ਕਹਿ ਦਿੰਦਾ ਸੀ ਵੀ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਜਿਹੜੀ ਹੈ ਨਾ ਮੇਰੇ ਪੁੱਤਰ ਮਿਹਰਬਾਨ ਨੂੰ ਪ੍ਰਾਪਤ ਹੋਣੀ ਹੈ। ਅਤੇ ਉਹਦੇ ਮਨ ਦੇ ਵਿੱਚ ਵੀ ਇਹ ਇੱਛਾ ਸੀ ਕਿ ਮੈਨੂੰ ਪ੍ਰਾਪਤ ਹੋਵੇ, ਮੈਂ ਗੁਰੂ ਬਣਾ। ਪਰ ਗੁਰੂ ਉਹਨੂੰ ਮੰਨਿਆ ਜਾਣਾ ਸੀ ਜਿਹੜਾ ਬਾਣੀ ਉਚਾਰੇ, ਤਾਂ ਕਿ ਸੰਗਤ ਨੂੰ ਵੀ ਪਤਾ ਲੱਗੇ ਨਾ ਵੀ ਇਹ ਬਾਣੀ ਉਚਾਰ ਸਕਦਾ ਹੈ। ਇਹ ਇੱਛਾ ਮਨ ਵਿੱਚ ਉਹ ਰੱਖਦਾ ਸੀ ਤੇ ਆਪਣੇ ਕੋਲੋਂ ਸ਼ਬਦ ਉਚਾਰਨ ਕਰ ਦਿੰਦਾ, ਅਤੇ ਸਭ ਤੋਂ ਥੱਲੇ ਗੁਰੂ ਨਾਨਕ ਸਾਹਿਬ ਜੀਆਂ ਦਾ ਨਾਮ ਲਿਖ ਦਿੰਦਾ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਜੇ ਲਿਖਾਂਗਾ ਤੇ ਸੰਗਤ ਜਾਣ ਜਾਵੇਗੀ ਵੀ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜਦੋਂ ਪੁੱਛ ਪੜਤਾਲ ਕਰਵਾਈ ਵੀ ਮਿਹਰਬਾਨ ਇਹ ਕੰਮ ਕਰਦਾ ਪਿਆ, ਅੱਜ ਤੇ ਮਿਹਰਬਾਨ ਨੇ ਕੀਤਾ ਹੈ, ਕੱਲ ਨੂੰ ਇਹਦੇ ਵੱਲ ਵੇਖ ਕੇ ਕੋਈ ਦੂਜਾ ਵੀ ਕਰੇਗਾ, ਫਿਰ ਤੀਜਾ ਵੀ ਕਰੇਗਾ, ਤੇ ਸਾਡੀਆਂ ਸੰਗਤਾਂ ਨੂੰ ਫਿਰ ਗੁੰਮਰਾਹ ਕੀਤਾ ਜਾਏਗਾ। ਸੰਗਤ ਨੂੰ ਕਿਵੇਂ ਪਤਾ ਲੱਗੇਗਾ ਵੀ ਆਹ ਗੁਰੂ ਦੀ ਆਪਣੀ ਬਾਣੀ ਹੈ ਤੇ ਆਹ ਕਿਸੇ ਹੋਰ ਨੇ ਉਚਾਰਨ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀਆਂ ਨੂੰ ਉਸ ਵੇਲੇ ਬੁਲਾਇਆ ਗਿਆ, ਭਾਈ ਗੁਰਦਾਸ ਵਰਗੇ ਗੁਰਸਿੱਖਾਂ ਨੂੰ ਬੁਲਾਇਆ ਗਿਆ। ਮਹਾਰਾਜ ਜੀਆਂ ਨੇ ਵਿਚਾਰ ਉਹਨਾਂ ਦੇ ਨਾਲ ਸਾਂਝਾ ਕੀਤਾ, ਕਹਿਣ ਲੱਗੇ ਭਾਈ ਬਚਨ ਇਹ ਹੈ ਵੀ ਇਹ ਗੁਰਬਾਣੀ ਦੇ ਨਾਲ ਇਸ ਤਰ੍ਹਾਂ ਦਾ ਲੋਕ ਜਿਹੜੇ ਨੇ ਉਹ ਹਰਕਤਾਂ ਕਰ ਰਹੇ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਤੇ ਸਾਡੀ ਵਿਚਾਰ ਇਹ ਬਣਦੀ ਹੈ ਵੀ ਅਸੀਂ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਨਾ ਉਹਨੂੰ ਇੱਕ ਥਾਂ ਤੇ ਇਕੱਠਾ ਕਰੀਏ ਗ੍ਰੰਥ ਦੇ ਰੂਪ ਦੇ ਵਿੱਚ, ਤਾਂ ਕਿ ਉਹਦੇ ਵਿੱਚ ਕੋਈ ਰਲਾ ਨਾ ਕਰ ਸਕੇ, ਕੋਈ ਮਿਲਾਵਟ ਨਾ ਕਰ ਸਕੇ। ਜਦੋਂ ਇਹ ਬਚਨ ਮਹਾਰਾਜ ਜੀਆਂ ਨੇ ਕੀਤਾ ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਵਰਗੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਕਹਿਣ ਲੱਗੇ ਮਹਾਰਾਜ ਇਹ ਬੜਾ ਵੱਡਾ ਪਰਉਪਕਾਰ ਹੋਵੇਗਾ ਜੇ ਆਪ ਜੀ ਕਿਰਪਾ ਕਰਕੇ ਇਹ ਕਾਰਜ ਕਰੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਫਿਰ ਤਿਆਰੀ ਕੀਤੀ ਤੇ ਸੰਗਤਾਂ ਸਿੱਖਾਂ ਦੇ ਨਾਲ ਵਿਚਾਰ ਕੀਤੀ ਵੀ ਬਾਣੀ ਦੀਆਂ ਪੋਥੀਆਂ ਜਿਹੜੀਆਂ ਨੇ ਗੋਇੰਦਵਾਲ ਦੀ ਧਰਤੀ ਤੇ ਪਈਆਂ ਹੋਈਆਂ ਬਾਬਾ ਮੋਹਨ ਜੀਆਂ ਦੇ ਕੋਲ, ਉਹ ਬਾਣੀ ਇੱਥੇ ਲਿਆਂਦੀ ਜਾਵੇ ਅੰਮ੍ਰਿਤਸਰ ਦੀ ਧਰਤੀ ਤੇ। ਨਾਲ ਹੀ ਮਹਾਰਾਜ ਜੀਆਂ ਨੇ ਹੁਕਮਨਾਮੇ ਲਿਖੇ ਸੰਗਤਾਂ ਨੂੰ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਵਸਦੀਆਂ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਸਨ, ਉੱਥੇ ਉੱਥੇ ਹੁਕਮਨਾਮੇ ਸਤਿਗੁਰਾਂ ਨੇ ਲਿਖ ਕੇ ਭੇਜੇ ਵੀ ਭਾਈ ਜਿਹੜੇ ਵੀ ਸਿੱਖ ਦੇ ਕੋਲ ਜਿਹੜਾ ਵੀ ਸਤਿਗੁਰਾਂ ਦਾ ਸ਼ਬਦ ਲਿਖਿਆ ਹੋਇਆ ਹੈ, ਸਤਿਗੁਰਾਂ ਨੇ ਉਪਦੇਸ਼ ਦੇ ਰੂਪ ਦੇ ਵਿੱਚ ਦਿੱਤਾ, ਉਹ ਸ਼ਬਦ ਸਾਡੇ ਕੋਲ ਲੈ ਕੇ ਆਓ। ਅਸੀਂ ਤੁਹਾਡੇ ਕੋਲੋਂ ਸ਼ਬਦ ਲਵਾਂਗੇ ਨਹੀਂ, ਤੁਹਾਡੀ ਇਮਾਨਤ ਤੁਹਾਡੇ ਕੋਲ ਹੀ ਰਹੇਗੀ, ਕੇਵਲ ਅਸੀਂ ਉਹਦਾ ਉਤਾਰਾ ਕਰਾਂਗੇ, ਉਤਾਰਾ ਕਰਕੇ ਤੁਹਾਡੀ ਵਸਤੂ ਤੁਹਾਨੂੰ ਦੇ ਦਿਆਂਗੇ, ਔਰ ਗੁਰੂ ਘਰ ਦੇ ਵੱਲੋਂ ਬੇਅੰਤ ਖੁਸ਼ੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ। ਇਸ ਤਰ੍ਹਾਂ ਦੇ ਹੁਕਮਨਾਮੇ ਲਿਖ ਕੇ ਮਹਾਰਾਜ ਨੇ ਸੰਗਤ ਨੂੰ ਭੇਜੇ, ਅਤੇ ਇਧਰੋਂ ਹੁਣ ਗੋਇੰਦਵਾਲ ਦੇ ਵਿੱਚੋਂ ਪੋਥੀਆਂ ਲੈ ਕੇ ਆਉਣੀਆਂ। ਜਦੋਂ ਪੋਥੀਆਂ ਲੈ ਕੇ ਆਉਣ ਦੀ ਗੱਲ ਚੱਲੀ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਆਗਿਆ ਦਿਓ, ਇਹ ਕਾਰਜ ਮੈਂ ਕਰਕੇ ਆਉਂਦਾ। ਕਿਉਂਕਿ ਭਾਈ ਗੁਰਦਾਸ ਜੀਆਂ ਦੇ ਸ਼ਰੀਕੇ ਦੇ ਵਿੱਚ ਭਰਾ ਜਿਹੜੇ ਸਾਨੂੰ ਗੋਇੰਦਵਾਲ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਇਹ ਸੀ ਵੀ ਮੇਰਾ ਉੱਥੇ ਸ਼ਰੀਕਾ ਹੈ, ਸਹਿਚਾਰੀ ਹੈ, ਮੇਰੀ ਜਾਣ ਪਛਾਣ ਹੈ, ਤੇ ਮੈਨੂੰ ਕੋਈ ਨਾ ਨਹੀਂ ਕਰੇਗਾ ਤੇ ਮੈਂ ਪੋਥੀਆਂ ਲਿਆਉਣ ਵਿੱਚ ਕਾਮਯਾਬ ਹੋ ਜਾਵਾਂਗਾ। ਸਤਿਗੁਰਾਂ ਨੇ ਇਹਨਾਂ ਦੀ ਇੱਛਾ ਪੂਰੀਆਂ ਕਰਨ ਵਾਸਤੇ ਕਹਿਣ ਲੱਗੇ ਠੀਕ ਹੈ ਭਾਈ ਜੇ ਤੁਹਾਡੀ ਇੱਛਾ ਤੇ ਚਲੇ ਜਾਓ। ਭਾਈ ਗੁਰਦਾਸ ਜੀ ਇੱਕ ਰਾਤ ਰਸਤੇ ਵਿੱਚ ਲਾ ਕੇ ਤੇ ਅਗਲੇ ਦਿਨ ਗੋਇੰਦਵਾਲ ਪਹੁੰਚ ਗਏ। ਜਾ ਕੇ ਪਤਾ ਕੀਤਾ ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਚੁਬਾਰੇ ਦੇ ਵਿੱਚ ਪਈਆਂ ਹੋਈਆਂ, ਆਪ ਸਮਾਧੀ ਵਿੱਚ ਬੈਠੇ ਨੇ। ਬੜੀਆਂ ਆਵਾਜ਼ਾਂ ਮਾਰੀਆਂ ਭਾਈ ਗੁਰਦਾਸ ਜੀਆਂ ਨੇ ਬਾਬਾ ਮੋਹਨ ਜੀਆਂ ਨੂੰ, ਪਰ ਉਹਨਾਂ ਦੀ ਇੱਕ ਵੀ ਆਵਾਜ਼ ਜਿਹੜੀ ਹੈ ਨਾ ਉਹਨਾਂ ਦੀ ਸਮਾਧੀ ਨਹੀਂ ਖੋਲ ਸਕੀ।
इन्ने चिर नूं बाबा मोहरी जी आ गए। बाबा मोहन जियां दे छोटे भरा गुरु अमरदास पातशाह जियां दे छोटे पुत्र, उन्होंने भाई गुरदास जी नूं आख्या, कहन लगे तुसीं इन्हां नूं उठाओ ना, आवाज़ ना मारो, ये समाधि विच लीन रहिंदे ने ते सदा ही मस्त सुभाਅ दे विच ने। पता नहीं किहड़ा बचन मूहों निकल जाना, जिहड़ा भी बचन निकल गया इन्हां दे बचन अटल ने, कदे मुड़दे नहीं, अते फिर सानूं हो सकदा भी संकट दा समां देखना पवे। ਤੁਹਾਨੂੰ आवाज़ नहीं देनी चाहिए, इन्हों बैठे रहन दिओ समाधि दे विच सिमरन दे विच। भाई गुरदास जी ये बचन सुन के मन में थोड़ा डर पैदा होया, वापस गुरु अर्जन साहब पातशाह दे कोल आ गए। कहन लगे जी मैनूं ते बाणी प्राप्त नहीं हुई, बाबा मोहन जी जिहड़े हन वो समाधि विच बैठे हुए। फिर धन बाबा बुढ़ा साहब जी कहन लगे, महाराज हुक्म होवे ते मैं जावां ये कारज करन वास्ते। सतगुरु जी ये सिख दी भावना पूरी करन वास्ते कहन लगे, ठीक भाई तुसीं भी जा सकदे हो। बाबा बुढ़ा साहब जी गए, कई आवाज़ां चबारे दे थल्ले खलो के मारियां, कई आवाज़ां दित्तियां, पर मोहन जियां दी समाधि जिस वेले ना खुली, उस वेले बाबा बुढ़ा साहब जी चबारे दियां पौड़ियां चढ़ गए ते कहन लगे जिहड़ा दरवाजा लगा ना उहनूं खड़काया गया, पर दरवाजा खड़काउण तो भी जदों ना खुलिया ते उस वेले दरवाजे दी दहलीज पटदे पए, इट्टां पट के भी दरवाजा ही पासे कर देवां ते फिर मैं अंदर चले जावां। कुछ फट्टियां उखेड़ के उधेड़ के पट के ते आप अंदर चले गए। जाके बाबा मोहन जियां दे चरण फड़ लै ते चरण फड़ के जोर जोर दी हिलाउण लगे भी समाधि खुल जावे ते मेरी इन्हां दे नाल वार्तालाप हो जावे। इधरों बाबा बुढ़ा साहब जी ये कर्म करते पे, उधरों किसी ने जाके बाबा मोहरी जी नूं दस्सिया भी बाबा बुढ़ा साहब जी दरवाजा तोड़ के अंदर चले गए ने। बाबा मोहरी जी फिर दौड़े दौड़े आए, कहन लगे इन्हां नूं हिलाओ ना, ये मस्त सुभाਅ दे मालक ने, इन्हां ने तुहाडे हिलाया नहीं उठना, पर जे बचन कर दिता तो संकट का समा जरूर बन जाएगा। बाबा बुढ़ा साहब जी भी वापस आ गए। हुण गुरु अर्जन साहब पातशाह महाराज जी कहन लगे, भाई असीं चलांगे कारज करन वास्ते, क्योंकि असल विच ड्यूटी गुरु अर्जन साहब पातशाह दी लगी हुई है। महाराज जी दे नाल कुछ संगतां तैयार होईयां। सतगुरु जी अमृत वेले इशनान करके संगतां नूं नाल लै के गुरबाणी पढ़दियां होइयां, शब्द कीर्तन करदियां होइयां, पातशाह जी चलदियां चलदियां गोइंदवाल दी धरती ते गुरमुखों पहुंच गए। जिस वेले सतगुरु पातशाह जी गोइंदवाल पहुंचे, सिख संगतां ने पहला ही दस दिता कि बाबा मोहन जी चुबारे विच बैठे ने। बाबा मोहन जी गुरु अर्जन साहब जियां दे वड्डे मामा जी लगदे, सकी रिश्तेदारी है, सके मामा जी लगदे सन। ते महाराज जियां नूं उस वेले तंबूरा हत्थ विच फड़िया, जिस नूं आपां अज तानपुरा कह दिंदे हन, राग पढ़न वास्ते। ते महाराज जी तंबूरा फड़ के जिस चुबारे विच बाबा मोहन जी बैठे सन, उस चुबारे दी गली जिहड़ी पिछों दी लंघदी है, उस गली दे विच महाराज बैठ गए। सिख संगतां दौड़ के आईयां, महाराज सोहनी विछाई विछा दईए। महाराज कहन लगे, नहीं भाई अज विछाई की लोड़ नहीं है। महाराज जी ने उत्थे बैठ के शब्द पढ़िया, मोहन तेरे उच्चे मंदिर महले अपारा, ये शब्द पातशाह ने उचारिया। भावें कि शब्द का अंतरीव भाव जिहड़ा वो परमेश्वर दे नाल जुड़िया है, बाहरी भाव जिहड़ा सी वो बाबा मोहन जियां दा नाम लैके महाराज जियां ने बख्शिश कीता। विद्वान जिहड़े हन वो विचार दसदे ने भी जिस वेले गुरु अर्जन साहब पातशाह गोइंदवाल गए सन, जाके बौली विच इशनान कीता ते इशनान करन तो मगरों महाराज अंतर ध्यान होए, समाधि विच लीन होए। ते उस वेले धन गुरु अमरदास पातशाह महाराज जियां ने दर्शन बख्शिश कीते गुरु अर्जन साहब पातशाह जी। ते गुरु अर्जन साहब महाराज जी ने बेनती की, कहन लगे सतगुरु जी असीं ये कारज करन वास्ते इस जगह ते आए हैं। ते गुरु अमरदास पातशाह महाराज जी बड़े प्रसन्न होए, कहन लगे बड़ा चंगा कारज कर लगे हो, पोथियां साडे पुत्र दे कोलों लैके जाओ। साडा पुत्र थोड़े जे जिद्दी सुभाਅ दा है, थोड़ा जिहा हट करदा है और थोड़ा जिहा गुस्सा भी रखदा है। किहो जिहा भी वचन बोले तुसीं किसी गल दा गुस्सा नहीं करना, निमरता ही धारण रखनी है अते निमरता धारण करके एक कारज तुसीं करना है। ये गुरु अमरदास पातशाह ने दर्शन बख्शिश करके बचन जिहड़े सन वो गुरु अर्जन साहब पातशाह महाराज जियां नूं बख्शे।
ਹੁਣ ਸਤਿਗੁਰੂ ਪਾਤਸ਼ਾਹ ਜੀਆਂ ਨੇ ਜਦੋਂ ਸ਼ਬਦ ਨੂੰ ਸ਼ੁਰੂ ਕੀਤਾ, ਪਹਿਲੀ ਪੌੜੀ ਕੱਢੀ ਪੜ੍ਹੀ ਹੈ, ਬਾਬਾ ਮੋਹਨ ਜੀ ਸਮਾਧੀ ਵਿੱਚ ਬੈਠੇ ਸਨ। ਸਮਾਧੀ ਦੇ ਵਿੱਚ ਹੁਣ ਕੀਰਤਨ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਬੜੇ ਹੈਰਾਨ ਹੋਏ, ਅੱਜ ਪਹਿਲੀ ਵਾਰ ਇਹ ਕੀਰਤਨ ਦੀਆਂ ਧੁਨਾਂ ਸੁਣਾਈ ਦੇ ਰਹੀਆਂ। ਜਦੋਂ ਸਮਾਧੀ ਖੁੱਲੀ ਹੈ ਤੇ ਕੰਨਾਂ ਦੇ ਵਿੱਚ ਆਵਾਜ਼ ਸੁਣਿਆ ਵੀ ਪਿੱਛੋਂ ਗਲੀ ਦੇ ਵਿੱਚੋਂ ਆਵਾਜ਼ ਆ ਰਹੀ ਹੈ। ਗਲੀ ਦੇ ਵਿੱਚ ਜਿਹੜੇ ਤਾਕੀ ਸੀ, ਤਾਕੀ ਖੋਲ ਕੇ ਜਦੋਂ ਧੌਣ ਬਾਹਰ ਨੂੰ ਕੱਢ ਕੇ ਵੇਖਿਆ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਥੱਲੇ ਬੈਠੇ ਹੋਏ, ਸੰਗਤਾਂ ਬੈਠੀਆਂ ਹੋਈਆਂ। ਮਹਾਰਾਜ ਬੜੀ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਸ਼ਬਦ ਪੜ੍ਹ ਰਹੇ ਅਤੇ ਬਾਬਾ ਮੋਹਨ ਜੀ ਥੋੜਾ ਗੁੱਸਾ ਵਿਖਾਉਂਦੇ ਪਏ। ਕਹਿਣ ਲੱਗੇ ਕਿ ਜਿਹੜੀ ਗੁਰਤਾ ਗੱਦੀ ਹੈ ਉਹ ਤੁਹਾਡੇ ਪਿਤਾ ਨੇ ਸਾਡੇ ਕੋਲੋਂ ਲੈ ਲਈ ਹੈ। ਗੁਰਤਾ ਗੱਦੀ ਤੇ ਪਹਿਲਾਂ ਸਾਡੇ ਕੋਲੋਂ ਲੈ ਗਏ, ਹੁਣ ਇਹ ਪੋਥੀਆਂ ਜਿਹੜੀਆਂ ਸਨ ਵੱਡਿਆਂ ਦੀ ਦਾਤ ਸਾਡੇ ਕੋਲ, ਤੁਸੀਂ ਇਹ ਵੀ ਲੈਣ ਵਾਸਤੇ ਆ ਗਏ। ਤੁਸੀਂ ਕਿਹੋ ਜਿਹਾ ਹੱਠ ਕਰਦੇ ਹੋ, ਕਿਹੋ ਜਿਹੇ ਹੋ। ਕਈ ਤਰ੍ਹਾਂ ਦੇ ਉਲਾਮੇ ਦਿੱਤੇ ਬਾਬਾ ਮੋਹਨ ਜੀਆਂ ਨੇ, ਬਾਰੀ ਦੇ ਵਿੱਚੋਂ ਬਾਹਰ ਨੂੰ ਆਪਣਾ ਮੁਖ ਕਰਕੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸੁਣੀ ਜਾ ਰਹੇ ਨੇ ਤੇ ਸ਼ਾਂਤੀ ਦੇ ਸੋਮੇ ਧੀਰਜ ਧਾਰੀ ਮਹਾਰਾਜ ਨੇ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਚੁੱਪ ਕਰਕੇ ਸ਼ਬਦ ਪੜ੍ਹਦੇ ਰਹੇ। ਜਦੋਂ ਸ਼ਬਦ ਪੜ੍ਹ ਰਹੇ ਨੇ, ਕਈ ਤਰ੍ਹਾਂ ਦੇ ਉਲਾਮੇ ਦੇਣ ਤੋਂ ਮਗਰੋਂ ਫਿਰ ਬਾਬਾ ਮੋਹਨ ਜੀਆਂ ਨੇ ਉਹ ਪੋਥੀਆਂ ਜਿਹੜੀਆਂ ਸਨ ਉਹ ਆਪਣੇ ਹੱਥਾਂ ਵਿੱਚ ਲਈਆਂ। ਚੁਬਾਰੇ ਦੀਆਂ ਪੌੜੀਆਂ ਥੱਲੇ ਉਤਰ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲ ਆ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਉਸ ਵੇਲੇ ਉੱਠ ਕੇ ਖੜੇ ਹੋ ਗਏ, ਆਪਣੇ ਮਾਮਾ ਜੀ ਨੂੰ ਆਇਆ ਵੇਖ ਕੇ। ਜਦੋਂ ਪੋਥੀਆਂ ਭੇਟ ਕਰਨ ਲੱਗੇ ਤੇ ਬਾਬਾ ਮੋਹਨ ਜੀ ਕਹਿਣ ਲੱਗੇ, ਪੋਥੀਆਂ ਤਾਂ ਦੇਵਾਂਗਾ, ਮੇਰੀ ਇੱਕ ਸ਼ਰਤ ਹੈ, ਜਾਂ ਕਹਿ ਲਓ ਕਿ ਮੇਰੀ ਇੱਕ ਭਾਵਨਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਕੀ ਭਾਵਨਾ ਹੈ? ਕਹਿਣ ਲੱਗੇ, ਮੇਰੀ ਭਾਵਨਾ ਇਹ ਹੈ ਵੀ ਪਹਿਲਾਂ ਮੈਨੂੰ ਆਪਣੇ ਚਰਨਾਂ ਤੇ ਮੱਥਾ ਟੇਕਾਓ, ਪਹਿਲਾਂ ਆਗਿਆ ਦਿਓ ਵੀ ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਾਂ, ਫਿਰ ਮੈਂ ਤੁਹਾਨੂੰ ਪੋਥੀਆਂ ਦੇਵਾਂ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਇਹ ਗੱਲ ਨਹੀਂ ਬਣਦੀ ਹੈ। ਤੁਸੀਂ ਸਾਡੇ ਤੋਂ ਉਮਰ ਵਿੱਚ ਵੀ ਵੱਡੇ ਹੋ ਤੇ ਰਿਸ਼ਤੇਦਾਰੀ ਵਿੱਚ ਵੀ ਵੱਡੇ ਹੋ, ਸਾਡੀ ਮਾਤਾ ਦੇ ਤੁਸੀਂ ਵੱਡੇ ਭਰਾ ਲੱਗਦੇ ਹੋ ਤੇ ਉਮਰ ਵਿੱਚ ਵੀ ਤੁਸੀਂ ਵੱਡੇ ਹੋ। ਤੁਸੀਂ ਸਾਨੂੰ ਮੱਥਾ ਟੇਕੋ, ਅਸੀਂ ਤੇ ਛੋਟੇ ਬੱਚੇ ਆ ਆਪ ਜੀ ਦੇ। ਇਹ ਗੱਲ ਸ਼ੋਭਦੀ ਨਹੀਂ ਹੈ, ਗੱਲ ਬਣਦੀ ਨਹੀਂ ਹੈ। ਤੇ ਤੁਸੀਂ ਇਹ ਗੱਲ ਕਿਵੇਂ ਕਹਿ ਦਿੱਤੀ ਵੀ ਤੁਸੀਂ ਸਾਨੂੰ ਮੱਥਾ ਟੇਕੋਗੇ ਤੇ ਅਸੀਂ ਟਿਕਵਾ ਲਵਾਂਗੇ? ਉਸ ਵੇਲੇ ਫਿਰ ਬਾਬਾ ਮੋਹਨ ਜੀਆਂ ਨੇ ਦੱਸਿਆ, ਕਹਿਣ ਲੱਗੇ, ਜਦੋਂ ਤੁਹਾਡੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਸੀ, ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਵੀ ਸਾਰੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥਾ ਟੇਕੋ। ਸਾਰਿਆਂ ਨੇ ਮੱਥੇ ਟੇਕੇ ਸਨ, ਪਰ ਮੈਂ ਨਹੀਂ ਸੀ ਟੇਕਿਆ। ਮੇਰੇ ਮਨ ਵਿੱਚ ਗੁੱਸਾ ਸੀ ਵੀ ਗੁਰਤਾ ਗੱਦੀ ਸਾਡੇ ਘਰ ਦੀ ਹੈ, ਇਹ ਦਾਸ ਨੂੰ ਦੇ ਦਿੱਤੀ ਹੈ ਤੇ ਮੈਂ ਦਾਸ ਨੂੰ ਕਿਉਂ ਮੱਥਾ ਟੇਕਾਂ? ਮਾਲਕ ਕਦੇ ਦਾਸਾਂ ਨੂੰ ਥੋੜੀ ਮੱਥਾ ਟੇਕਦੇ। ਮੈਂ ਨਹੀਂ ਮੱਥਾ ਟੇਕਿਆ। ਤੇ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕੀਤੇ ਸਨ ਵੀ ਜਿਹੜੀ ਈਰਖਾ ਕਰਕੇ ਤੁਸੀਂ ਮੱਥਾ ਨਹੀਂ ਟੇਕਿਆ, ਬਚਨ ਨਹੀਂ ਨਾ ਮੰਨਿਆ, ਤੁਹਾਡਾ ਮਨ ਇਸੇ ਤਰ੍ਹਾਂ ਤਪਦਾ ਹੀ ਰਹੇਗਾ, ਸ਼ਾਂਤੀ ਨਹੀਂ ਕਦੇ ਆਵੇਗੀ। ਮਹਾਰਾਜ ਹੁਣ ਮੈਂ ਸਮਾਧੀ ਜ਼ਰੂਰ ਲਾਉਂਦਾ ਹਾਂ ਪਰ ਸ਼ਾਂਤੀ ਨਹੀਂ ਆਉਂਦੀ। ਤੇ ਉਸ ਵੇਲੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਤੇ ਫਿਰ ਮੈਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਿਤਾ ਸਤਿਗੁਰੂ ਜੀ ਆਪ ਜੀ ਚੱਲੇ ਹੋ, ਤੁਹਾਡੇ ਬਚਨ ਪੂਰੇ ਹੋ ਗਏ ਨੇ, ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਕਿਰਪਾ ਕਰਕੇ ਉਹ ਬਚਨ ਵਾਪਸ ਕਰਕੇ ਮੈਨੂੰ ਸ਼ਾਂਤੀ ਬਖਸ਼ੋ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਬਾਬਾ ਮੋਹਨ ਜੀ ਹੁਣ ਉਹ ਸਮਾਂ ਲੰਘ ਗਿਆ। ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨੇ, ਇਹਨਾਂ ਦੇ ਪੁੱਤਰ ਹੋਣਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਉਹ ਤੁਹਾਡੇ ਕੋਲੋਂ ਪੋਥੀਆਂ ਲੈਣ ਵਾਸਤੇ ਆਉਣਗੇ ਤੇ ਉਹਨਾਂ ਤੋਂ ਬਿਨਾਂ ਕਿਸੇ ਨੂੰ ਪੋਥੀਆਂ ਦੇਣੀਆਂ ਨਹੀਂ। ਤੇ ਜਦੋਂ ਪੋਥੀਆਂ ਲੈਣ ਆਉਣ ਉਦੋਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਓ, ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਇਹ ਤਪਦਾ ਹੋਇਆ ਹਿਰਦਾ ਠੰਡਾ ਹੋ ਜਾਏਗਾ। ਕਹਿਣ ਲੱਗੇ, ਉਹ ਬਚਨ ਮੈਂ ਸੰਭਾਲ ਲੈ। ਫਿਰ ਮੈਂ ਦੂਜਾ ਬਚਨ ਕੀਤਾ ਸਤਿਗੁਰਾਂ ਨੂੰ, ਆਪਣੇ ਪਿਤਾ ਨੂੰ, ਮਹਾਰਾਜ ਮੈਂ ਤੇ ਸਮਾਧੀ ਵਿੱਚ ਕਈ ਮਹੀਨੇ ਬੈਠਾ ਰਹਿੰਦਾ ਤੇ ਉਹ ਕਦੋਂ ਆਉਣਗੇ ਮੈਨੂੰ ਤੇ ਪਤਾ ਹੀ ਨਹੀਂ ਲੱਗਣਾ, ਆ ਕੇ ਚਲੇ ਜਾਣਗੇ ਤੇ ਮੈਨੂੰ ਕੀ ਪਤਾ ਲੱਗਣਾ ਸਮਾਧੀ ਵਿੱਚ ਬੈਠਿਆਂ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕੀਤੇ, ਉਹ ਤੁਹਾਨੂੰ ਸਮਾਧੀ ਵਿੱਚੋਂ ਆਪੇ ਉਠਾ ਲੈਣਗੇ। ਤੁਸੀਂ ਸਮਾਧੀ ਵਿੱਚ ਬੈਠੇ ਵੀ ਹੋਵੋਗੇ ਤਾਂ ਵੀ ਉਠਾ ਲੈਣਗੇ। ਅੱਜ ਮੈਂ ਸਮਾਧੀ ਵਿੱਚ ਬੈਠਾ ਸੀ, ਤੁਸੀਂ ਸ਼ਬਦ ਪੜ੍ਹਿਆ, ਮੇਰੀ ਸਮਾਧੀ ਖੁੱਲੀ ਹੈ, ਮੈਂ ਹੁਣ ਤੁਹਾਡੇ ਚਰਨਾਂ ਵਿੱਚ ਆਇਆ, ਮੇਰੇ ਤੇ ਕਿਰਪਾ ਕਰੋ। ਵਾਰ-ਵਾਰ ਬੇਨਤੀਆਂ ਕਰਨ ਤੇ ਫਿਰ ਸਤਿਗੁਰੂ ਜੀ ਮੰਨ ਗਏ। ਬਾਬਾ ਮੋਹਨ ਜੀਆਂ ਨੇ ਫਿਰ ਮੱਥਾ ਟੇਕਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਆਂ ਨੂੰ ਅਤੇ ਪੋਥੀਆਂ 'ਚ ਭੇਟ ਕੀਤੀਆਂ। ਮਹਾਰਾਜ ਜੀ ਸ਼ਾਂਤੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਨੇ ਪੋਥੀਆਂ ਸਵੀਕਾਰ ਕੀਤੀਆਂ ਅਤੇ ਆਪਣੇ ਛੋਟੇ ਮਾਮਾ ਮੋਹਰੀ ਜੀ ਨੂੰ ਆਖਿਆ, ਕਹਿਣ ਲੱਗੇ ਇੱਕ ਪਾਲਕੀ ਸਾਹਿਬ ਤਿਆਰ ਕਰਵਾਓ, ਇਹ ਪੋਥੀਆਂ ਅਸੀਂ ਲੈ ਕੇ ਅੰਮ੍ਰਿਤਸਰ ਪਹੁੰਚਣਾ ਹੈ।
ਇੱਕ ਸੁੰਦਰ ਗੁਰਮੁਖੋ ਪਾਲਕੀ ਸਾਹਿਬ ਤਿਆਰ ਕੀਤੀ ਗਈ। ਉਹ ਪੋਥੀਆਂ ਉਹਦੇ ਵਿੱਚ ਬਿਰਾਜਮਾਨ ਕੀਤੀਆਂ ਗਈਆਂ। ਸਤਿਗੁਰਾਂ ਨੇ ਆਪਣੇ ਚਰਨਾਂ ਤੋਂ ਜੋੜਾ ਜਿਹੜਾ ਸੀ ਉਤਾਰ ਦਿੱਤਾ। ਸਤਿਗੁਰਾਂ ਦੇ ਵੱਲ ਵੇਖ ਕੇ ਸਿੱਖਾਂ ਨੇ ਵੀ ਜੋੜੇ ਉਤਾਰ ਦਿੱਤੇ ਤੇ ਮਹਾਰਾਜ ਕੀਰਤਨ ਕਰਦਿਆਂ ਹੋਇਆਂ ਗੋਇੰਦਵਾਲ ਦੀ ਧਰਤੀ ਤੋਂ ਖਡੂਰ ਸਾਹਿਬ ਹੋ ਕੇ ਬਾਬਾ ਦਾਤੂ ਜੀ ਦੀਆਂ ਉੱਪਰ ਬਖਸ਼ਿਸ਼ਾਂ ਕਰਕੇ ਉਹਨਾਂ ਨੂੰ ਵੀ ਬਖਸ਼ ਕੇ ਮੁਆਫ ਕਰਕੇ ਸਤਿਗੁਰੂ ਜੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ। ਪ੍ਰਸੰਗ ਬੜਾ ਲੰਬੇਰਾ ਹੈ। ਜਦੋਂ ਅੰਮ੍ਰਿਤਸਰ ਪਹੁੰਚੇ ਨਾ ਸਤਿਗੁਰੂ ਪਾਤਸ਼ਾਹ ਜੀ, ਅੱਜ ਆਪਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ। ਲੰਗਰ ਹਾਲ ਵਾਲੇ ਪਾਸਿਓਂ ਜਦੋਂ ਅੰਦਰ ਨੂੰ ਜਾਈਦਾ ਨਾ ਦਰਬਾਰ ਸਾਹਿਬ ਦੇ, ਤੇ ਸਾਹਮਣੇ ਇੱਕ ਪਾਲਕੀ ਬਣੀ ਹੋਈ ਹੈ, ਦੁੱਖ ਭੰਜਨੀ ਬੇਰੀ ਦੇ ਥੜੇ ਦੇ ਬਿਲਕੁਲ ਕੋਲ ਬਣੀ ਹੋਈ ਹੈ ਸੁੰਦਰ ਪਾਲਕੀ ਸਰੋਵਰ ਦੇ ਕੰਢੇ ਦੇ ਉੱਪਰ। ਇਹ ਗੁਰਮੁਖੋ ਉਹ ਸਥਾਨ ਹੈ ਜਿੱਥੇ ਮਹਾਰਾਜ ਜੀਆਂ ਨੇ ਜਾਂਦਿਆਂ ਉਹ ਪੋਥੀ ਸਾਹਿਬ ਜਿਹੜੇ ਸਾਨੂੰ ਬਿਰਾਜਮਾਨ ਇਸੇ ਜਗ੍ਹਾ ਤੇ ਕੀਤੇ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀਆਂ ਨੂੰ ਹੁਕਮ ਹੋਇਆ ਅੱਜ ਸਾਰੀ ਰਾਤ ਇੱਥੇ ਕੀਰਤਨ ਕਰਨਾ ਹੈ ਅਤੇ ਮਹਾਰਾਜ ਜੀ ਇਸ ਤਰ੍ਹਾਂ ਸੰਗਤਾਂ ਨੂੰ ਬਿਠਾ ਕੇ ਕੀਰਤਨ ਦੀ ਧੁਨੀ ਉਚਾਰਨ ਹੋਣ ਲੱਗੀ ਹੈ। ਆਪ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਫਿਰ ਆਪਣੇ ਮਹਿਲਾਂ ਵਿੱਚ ਚਲੇ ਗਏ। ਅੰਮ੍ਰਿਤ ਵੇਲਾ ਹੋਇਆ। ਸਤਿਗੁਰਾਂ ਨੇ ਆਖਿਆ ਭਾਈ ਸੁੰਦਰ ਥਾਂ ਲੱਭੋ ਜਿਸ ਥਾਂ ਤੇ ਬੈਠ ਕੇ ਕਾਰਜ ਕੀਤਾ ਜਾਵੇ। ਭਾਈ ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਨਾਲ ਚੱਲੋ, ਜਿੱਥੇ ਹੁਕਮ ਹੋਵੇਗਾ ਉੱਥੇ ਅਸੀਂ ਸੇਵਾ ਕਰਾਂਗੇ। ਸਤਿਗੁਰੂ ਜੀ ਚਲਦਿਆਂ ਚਲਦਿਆਂ ਅੱਜ ਜਿੱਥੇ ਰਾਮਸਰ ਨਾਮ ਦਾ ਸਥਾਨ ਬਣਿਆ ਹੋਇਆ, ਬਾਬਾ ਦੀਪ ਸਿੰਘ ਮਹਾਂਪੁਰਖਾਂ ਦਾ ਜਿੱਥੇ ਸੰਸਕਾਰ ਕੀਤਾ ਗਿਆ ਸੀ ਨਾ, ਬਾਬਾ ਦੀਪ ਸਿੰਘ ਮਹਾਂਪੁਰਖਾਂ ਦਾ ਜਿੱਥੇ ਗੁਰਦੁਆਰਾ ਬਣਿਆ ਚਾਟੀਵਿੰਡ ਗੇਟ ਦੇ ਕੋਲ, ਉਹਦੇ ਨਾਲ ਬਿਲਕੁਲ ਰਾਮਸਰ ਨਾਮ ਦਾ ਉਹ ਸਥਾਨ ਹੈ, ਜਿਹੜਾ ਸਥਾਨ ਗੁਰੂ ਅਰਜਨ ਸਾਹਿਬ ਜੀਆਂ ਨੂੰ ਪਸੰਦ ਆਇਆ। ਬੜੇ ਸੋਹਣੇ ਪਿੱਪਲ ਦੇ ਬੇਰੀਆਂ ਦੇ ਸੰਘਣੇ ਰੁੱਖ ਨੇ, ਬਿਲਕੁਲ ਧੁੱਪ ਨਹੀਂ ਉੱਥੇ ਪੈਂਦੀ ਹੈ। ਮਹਾਰਾਜ ਕਹਿੰਦੇ ਆਹ ਥਾਂ ਬੜਾ ਸੋਹਣਾ ਭਾਈ, ਸਾਨੂੰ ਪਸੰਦ ਆਇਆ। ਭਾਈ ਗੁਰਦਾਸ ਜੀਆਂ ਨੇ ਸੰਗਤਾਂ ਨੂੰ ਲਾ ਕੇ ਉਹਦੀ ਸਫਾਈ ਕੀਤੀ, ਸੋਹਣੇ ਤੰਬੂ ਲਾਏ ਗਏ ਅਤੇ ਉਹਨਾਂ ਤੰਬੂਆਂ ਦੇ ਵਿੱਚ ਸੋਹਣੀ ਵਿਛਾਈ ਕੀਤੀ ਗਈ ਤੇ ਮਹਾਰਾਜ ਦਾ ਹੁਕਮ ਸੀ ਭਾਈ ਸੰਗਤ ਸਾਨੂੰ ਮਿਲਣ ਨਾ ਆਵੇ। ਬਾਬਾ ਬੁੱਢਾ ਸਾਹਿਬ ਦੀ ਡਿਊਟੀ ਲਾਈ, ਤੁਸੀਂ ਸੰਗਤਾਂ ਨੂੰ ਹਰਿਮੰਦਰ ਸਾਹਿਬ ਟਿਕਾ ਕੇ ਰੱਖਣਾ। ਇਸ ਜਗ੍ਹਾ ਤੇ ਆ ਕੇ ਕੋਈ ਸਾਨੂੰ ਨਾ ਮਿਲੇ, ਸਾਡੇ ਤੰਬੂ ਦੇ ਨੇੜੇ ਕੋਈ ਨਾ ਆਵੇ, ਅਸੀਂ ਵੱਡਾ ਕਾਰਜ ਕਰਨਾ। ਸੋ ਇਤਿਹਾਸ ਵੱਡਾ ਹੈ। ਆਪਾਂ ਸੰਖੇਪ ਰੂਪ ਦੇ ਵਿੱਚ ਸਰਵਣ ਕਰ ਰਹੇ ਹਾਂ ਕਿ ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਬੈਠ ਕੇ ਰਾਮਸਰ ਦੀ ਪਵਿੱਤਰ ਧਰਤੀ ਤੇ, ਇਸ ਰਾਮਸਰ ਦਾ ਨਾਮ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪ ਹੀ ਰੱਖਿਆ। ਇੱਥੇ ਬੈਠ ਗਏ। ਭਾਈ ਗੁਰਦਾਸ ਜੀਆਂ ਨੂੰ ਲਖਾਰੀ ਲਾਇਆ ਲਿਖਣ ਵਾਸਤੇ ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਬਾਣੀ ਲਿਖਵਾਉਣ ਲੱਗੇ। ਉਹ ਪੋਥੀਆਂ ਜਿਹੜੀਆਂ ਸਨ ਉਹਨਾਂ ਦੇ ਵਿੱਚੋਂ ਬਾਣੀ ਲਿਖਣੀ ਸ਼ੁਰੂ ਕੀਤੀ ਹੈ। ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਓੰਕਾਰ ਲਿਖਵਾਇਆ, ਮੂਲ ਮੰਤਰ ਲਿਖਿਆ ਗਿਆ, ਜਪਜੀ ਸਾਹਿਬ ਲਿਖਿਆ ਗਿਆ। ਇਸ ਤੋਂ ਅੱਗੇ ਫਿਰ ਸ੍ਰੀ ਰਾਗ ਦੀ ਪ੍ਰਾਰੰਭਤਾ ਹੋਈ ਅਤੇ ਰਾਗ ਦੇ ਵਿੱਚ ਸਤਿਗੁਰਾਂ ਨੇ ਯੋਜਨਾਬੰਦੀ ਇਸ ਤਰ੍ਹਾਂ ਕੀਤੀ ਹੈ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ, ਫਿਰ ਗੁਰੂ ਅੰਗਦ ਸਾਹਿਬ ਦੀ ਬਾਣੀ, ਇਸ ਤਰ੍ਹਾਂ ਤਰਤੀਬਵਾਰ ਗੁਰੂਆਂ ਦੀ ਬਾਣੀ ਹਰੇਕ ਰਾਗ ਦੇ ਵਿੱਚ ਲਿਖੀ ਅਤੇ 30 ਰਾਗ ਉੱਥੇ ਬੈਠ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਭਾਈ ਗੁਰਦਾਸ ਜੀਆਂ ਦੇ ਕੋਲੋਂ ਦਰਜ ਕਰਵਾਏ। ਸਤਿਗੁਰੂ ਜੀ ਬਾਣੀ ਲਿਖਵਾ ਰਹੇ ਨੇ। ਬਾਬਾ ਬੁੱਢਾ ਸਾਹਿਬ ਤੇ ਕੁਝ ਸੰਗਤਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਬੇਨਤੀ ਕੀਤੀ, ਮਹਾਰਾਜ ਵੱਖ-ਵੱਖ ਧਰਮਾਂ ਵਿੱਚ ਵੱਖ-ਵੱਖ ਮੰਤਰ ਦੱਸੇ ਜਾਂਦੇ ਨੇ, ਉਹਨਾਂ ਮੰਤਰਾਂ ਦੀ ਬੜੀ ਮਹਾਨਤਾ ਵੀ ਦੱਸੀ ਜਾਂਦੀ ਹੈ, ਕਿਰਪਾ ਕਰਕੇ ਆਪ ਵੀ ਕੋਈ ਸੁਖੈਨ ਬਾਣੀ ਉਚਾਰੋ ਜਿਸ ਨੂੰ ਪੜ੍ਹ ਕੇ ਸੰਗਤਾਂ ਦਾ ਭਲਾ ਹੋ ਜਾਵੇ, ਸਵਾਸ ਸਫਲੇ ਹੋ ਜਾਣ। ਤੇ ਸਤਿਗੁਰਾਂ ਨੇ ਬਚਨ ਮੰਨ ਕੇ ਗੁਰਮੁਖੋਏ ਰਾਮਸਰ ਦੀ ਧਰਤੀ ਜਿੱਥੇ ਸਰੂਪ ਲਿਖਵਾਇਆ ਗਿਆ ਨਾ, ਉੱਥੇ ਇੱਕ ਪਾਣੀ ਦਾ ਤਲਾਬ ਹੈ। ਪਾਣੀ ਦੇ ਤਲਾਬ ਦੇ ਕੰਢੇ ਬੈਠ ਕੇ ਗੁਰੂ ਅਰਜਨ ਸਾਹਿਬ ਜੀਆਂ ਨੇ ਇੱਕੇ ਚੌਂਕ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉੱਥੇ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਜਿਹੜਾ ਵੀ ਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਸ ਬਾਣੀ ਨੂੰ ਭਾਵਨਾ ਦੇ ਨਾਲ ਪੜ੍ਹੇਗਾ ਨਾ, ਉਹਦੀ 24 ਘੰਟੇ ਦੇ 24 ਘੰਟਿਆਂ ਦੇ 24,000 ਸਵਾਸ ਜਿਹੜੇ ਨੇ ਉਹ ਸਫਲੇ ਹੋ ਜਾਣਗੇ। ਸੋ ਐਸੀ ਬਖਸ਼ਿਸ਼ ਵਾਲੀ ਬਾਣੀ ਉੱਥੇ ਰਚੀ ਹੈ। ਇਸੇ ਤਰ੍ਹਾਂ ਬਾਣੀ ਨੂੰ ਮਹਾਰਾਜ ਜੀਆਂ ਨੇ ਸੰਪੂਰਨ ਰਚਿਆ ਅਤੇ ਸਤਿਗੁਰਾਂ ਦੇ ਕੋਲ ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਹੈ ਉੱਥੇ ਭਗਤਾਂ ਦੀ ਬਾਣੀ ਮਹਾਰਾਜ ਜੀਆਂ ਨੇ ਦਰਜ ਕਰਵਾਈ ਹੈ। 15 ਭਗਤਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਵਿਦਵਾਨਾਂ ਦੀ ਵੱਖੋ ਵੱਖਰੀ ਵਿਚਾਰ ਹੈ।
ਕੁਝ ਵਿਦਵਾਨ ਇਸ ਤਰ੍ਹਾਂ ਲਿਖਦੇ ਨੇ ਵੀ ਉਹਨਾਂ ਭਗਤਾਂ ਦੀ ਬਾਣੀ ਗ੍ਰੰਥਾਂ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਕੋਲ ਪਹੁੰਚੀ ਤੇ ਮਹਾਰਾਜ ਨੇ ਦਰਜ ਕਰਵਾਈ। ਅਤੇ ਮਹਾਤਮਾ ਜਿਹੜੇ ਨੇ ਭਾਵਨਾ ਵਾਲੇ, ਉਹ ਇਸ ਤਰ੍ਹਾਂ ਦੱਸਦੇ ਨੇ ਵੀ ਉਹ ਭਗਤ ਜਿਹੜੇ ਸਨ ਆਪ ਆਉਂਦੇ ਸਨ ਗੁਰੂ ਪਾਤਸ਼ਾਹ ਦੇ ਕੋਲ ਅਤੇ ਬਾਣੀ ਲਿਖਵਾਉਂਦੇ ਸਨ ਅਤੇ ਸਤਿਗੁਰੂ ਬਾਣੀ ਲਿਖਦੇ ਸਨ। ਭਾਈ ਗੁਰਦਾਸ ਜੀਆਂ ਨੇ ਇੱਕ ਵੇਲੇ ਬੇਨਤੀ ਵੀ ਕੀਤੀ ਸੀ, ਮਹਾਰਾਜ ਅੱਗੇ ਜਿੰਨੀ ਬਾਣੀ ਲਿਖਵਾਈ ਹੈ ਉਹ ਸਾਰੀ ਬਾਣੀ ਦੇ ਉੱਪਰ ਤੁਸੀਂ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਵਾਇਆ ਹੈ। ਹੁਣ ਜਿਹੜੀ ਬਾਣੀ ਲਿਖਵਾਉਂਦੇ ਪਏ ਹੋ, ਕਦੇ ਕਬੀਰ ਸਾਹਿਬ ਜੀ ਦਾ ਨਾਮ ਲਿਖਵਾਉਂਦੇ ਹੋ, ਕਦੇ ਫਰੀਦ ਸਾਹਿਬ ਜੀ ਦਾ ਨਾਮ ਲਿਖਵਾਉਂਦੇ ਹੋ, ਇਹ ਗੱਲ ਮੈਨੂੰ ਸਮਝ ਨਹੀਂ ਆਈ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਦਾਸ ਜੀ ਕੱਲ ਨੂੰ ਸਮੇਂ ਤੋਂ ਥੋੜਾ ਸਮਾਂ ਪਹਿਲਾਂ ਆ ਜਾਇਓ। ਜਦੋਂ ਅਗਲੇ ਦਿਨ ਭਾਈ ਗੁਰਦਾਸ ਜੀ ਸਮੇਂ ਤੋਂ ਪਹਿਲਾਂ ਗਏ ਤੇ ਕਹਿਣ ਲੱਗੇ, ਉਹ ਮਹਾਂਪੁਰਖ ਜਿਹੜੇ ਭਗਤ ਸਨ ਸਤਿਗੁਰਾਂ ਦੇ ਕੋਲ ਬੈਠੇ ਹੋਏ, ਭਾਈ ਗੁਰਦਾਸ ਜੀਆਂ ਨੂੰ ਦਰਸ਼ਨ ਹੋਏ ਉਹਨਾਂ ਮਹਾਂਪੁਰਖਾਂ ਦੇ। ਤੇ ਸਤਿਗੁਰਾਂ ਨੇ ਆਖਿਆ ਵੀ ਇਹ ਬਾਣੀ ਲਿਖਵਾਉਂਦੇ ਨੇ ਆ ਕੇ ਸਾਡੇ ਕੋਲ, ਤੁਹਾਨੂੰ ਅੱਜ ਉਹਨਾਂ ਦੇ ਦਰਸ਼ਨ ਕਰਵਾਏ। ਇਸ ਤਰ੍ਹਾਂ 15 ਭਗਤਾਂ ਦੀ ਬਾਣੀ ਅਤੇ 17 ਭੱਟ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਦੀ ਦਰਜ ਹੋਈ ਹੈ। 8 ਗੁਰੂ ਕੇ ਸਿੱਖ ਹੋਏ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ ਹੈ, ਜਿਵੇਂ ਕਿ ਭਾਈ ਮਰਦਾਨਾ ਜੀ ਨੇ, ਭਾਈ ਸੱਤਾ ਜੀ, ਬਲਵੰਡਾ ਜੀ, ਭਾਈ ਜਮਾਲ ਜੀ, ਭਾਈ ਪਤੰਗ ਜੀ ਅਤੇ ਇਸੇ ਤਰ੍ਹਾਂ ਹੋਰ ਵੀ ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਦਾ ਨਾਮ ਇਤਿਹਾਸ ਵਿੱਚ ਆਇਆ ਹੈ ਵੀ ਇਹਨਾਂ ਗੁਰਸਿੱਖਾਂ ਨੇ ਬਾਣੀ ਦਰਜ ਕਰਵਾਈ ਹੈ। ਕਹਿਣ ਤੋਂ ਭਾਵ ਵੀ ਉਹ ਸਾਰੇ ਜਿਹੜੇ ਨੇ ਉਹ ਬ੍ਰਹਮ ਗਿਆਨ ਦੀ ਅਵਸਥਾ ਦੇ ਮਾਲਕ ਨੇ ਤੇ ਸਤਿਗੁਰਾਂ ਨੇ ਬਾਣੀ ਲਿਖਵਾ ਕੇ ਸੰਪੂਰਨਤਾ ਬਖਸ਼ਿਸ਼ ਕੀਤੀ। ਵਿਦਵਾਨ ਕਹਿੰਦੇ ਨੇ ਵੀ 1 ਸਾਲ ਦਾ ਸਮਾਂ ਲੱਗਿਆ ਗੁਰੂ ਅਰਜਨ ਸਾਹਿਬ ਜੀਆਂ ਨੂੰ ਔਰ ਭਾਈ ਗੁਰਦਾਸ ਜੀਆਂ ਨੂੰ ਬਾਣੀ ਲਿਖਦਿਆਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਦਿਆਂ 1 ਸਾਲ ਦਾ ਸਮਾਂ ਮਹਾਰਾਜ ਜੀਆਂ ਨੇ ਲਾ ਕੇ ਤੇ ਇਹ ਗ੍ਰੰਥ ਸਾਹਿਬ ਜਿਹੜਾ ਹੈ ਉਹ ਫਿਰ ਤਿਆਰ ਕਰਵਾਇਆ। ਜਿਸ ਵੇਲੇ ਤਿਆਰੀ ਹੋ ਗਈ ਤੇ ਮਹਾਰਾਜ ਜੀਆਂ ਨੇ ਹੁਕਮ ਕੀਤਾ ਕਿ ਹਰਿਮੰਦਰ ਸਾਹਿਬ ਨੂੰ ਫੁੱਲਾਂ ਦੇ ਨਾਲ ਸ਼ਿੰਗਾਰਿਆ ਜਾਵੇ, ਫੁੱਲ ਜਿਹੜੇ ਨੇ ਸੁੰਦਰ ਲਾਏ ਜਾਣ, ਸੋਹਣੀ ਵਿਛਾਈ ਕੀਤੀ ਜਾਵੇ ਅਤੇ ਸਤਿਗੁਰਾਂ ਨੇ ਅੱਜ ਦੇ ਦਿਨ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਰਾਤ ਨੂੰ ਆਰਾਮ ਕਰਦੇ ਪਏ ਤੇ ਸੋਚਦੇ ਪਏ ਨੇ ਵੀ ਇਹ ਸਰੂਪ ਜਿਹੜਾ ਹੈ ਕਿਸ ਦੇ ਸੀਸ ਦੇ ਉੱਪਰ ਬਿਰਾਜਮਾਨ ਹੋਵੇ। ਸੋਢੀਆਂ ਦੀ ਕੁਲ ਚੱਲਦੀ ਪਈ ਹੈ, ਬੇਦੀਆਂ ਦੀ ਕੁਲ ਚੱਲਦੀ ਪਈ ਹੈ। ਉਸ ਵੇਲੇ ਮਹਾਰਾਜ ਜੀਆਂ ਨੇ ਸਾਰਿਆਂ ਨੂੰ ਪਿੱਛੇ ਕਰਕੇ ਆਪਣੇ ਮਹਾਨ ਗੁਰਸਿੱਖ, ਮਹਾਨ ਸੇਵਾਦਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਵਾਸਤੇ ਚੁਣਿਆ। ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਹੈ ਨਾ ਗੁਰਮੁਖੋ, ਉੱਥੇ ਅੱਜ ਗੁਰੂ ਕੇ ਵਜ਼ੀਰ ਦਾ ਵੀ ਨਾਲ ਨਾਲ ਜਨਮ ਹੋਇਆ। ਜੇ ਬਾਬਾ ਬੁੱਢਾ ਸਾਹਿਬ ਜੀ ਅੱਜ ਹੀ ਗ੍ਰੰਥੀ ਬਣੇ, ਅੱਜ ਦੇ ਦਿਨ ਗੁਰੂ ਕੇ ਵਜ਼ੀਰ ਬਣੇ, ਗ੍ਰੰਥੀ ਸਿੰਘਾਂ ਦਾ ਜਾਂ ਵਜ਼ੀਰ ਦਾ ਵੀ ਜਨਮ ਅੱਜ ਹੀ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ। ਉਹ ਜਿਹੜਾ ਪਵਿੱਤਰ ਸਰੂਪ ਸੀ ਮਹਾਰਾਜ ਜੀਆਂ ਦਾ, ਬਾਬਾ ਬੁੱਢਾ ਸਾਹਿਬ ਨੇ ਆਪਣੇ ਸੀਸ ਤੇ ਲਿਆ ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਹੱਥ ਵਿੱਚ ਚੌਰ ਫੜਿਆ। ਗੁਰਬਾਣੀ ਪੜ੍ਹਦਿਆਂ ਹੋਇਆਂ ਰਾਮਸਰ ਦੇ ਸਥਾਨ ਤੋਂ ਚੱਲ ਕੇ ਤੇ ਮਹਾਰਾਜ ਜੀ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਪਹੁੰਚੇ ਅਤੇ ਇੱਥੇ ਲਿਆ ਕੇ ਸਤਿਗੁਰਾਂ ਦਾ ਬਿਰਾਜਮਾਨ ਸਰੂਪ ਕੀਤਾ ਗਿਆ। ਸਰੂਪ ਬਿਰਾਜਮਾਨ ਕਰਨ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ, ਕਹਿਣ ਲੱਗੇ, ਭਾਈ ਸੁਣਾਓ ਪੜ੍ਹ ਕੇ ਗੁਰੂ ਦਾ ਬਚਨ। ਜਿਸ ਤਰ੍ਹਾਂ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ, ਰੁਮਾਲੇ ਲਾਉਂਦੇ ਹਾਂ, ਪਲਕਾਂ ਲਾਉਂਦੇ ਹਾਂ, ਬਾਬਾ ਬੁੱਢਾ ਸਾਹਿਬ ਜੀਆਂ ਨੇ ਇਸੇ ਤਰ੍ਹਾਂ ਬਿਲਕੁਲ ਸਾਰੀ ਤਿਆਰੀ ਕਰਕੇ ਜਿਹੜਾ ਬਚਨ ਪੜ੍ਹ ਕੇ ਸੁਣਾਇਆ। ਉਹ ਬਚਨ ਇਹ ਆਇਆ ਸੀ ਮਹਾਰਾਜ ਜੀਆਂ ਦਾ, ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਹੋਵਾ, ਹਰ ਕੰਮ ਕਰਾਵਨ ਆਇਆ ਰਾਮ। ਇਹ ਬਚਨ ਜਿਹੜਾ ਸੀਗਾ ਇਹ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਿਆ ਸੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਲਿਖਣ ਤੋਂ ਵੀ ਪਹਿਲਾਂ ਜਦੋਂ ਹਰਿਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ ਨਾ, ਉਸ ਵੇਲੇ ਆਪ ਪਰਮਾਤਮਾ ਆਪਣੇ ਭਗਤਾਂ ਦੇ ਨਾਲ, ਪ੍ਰੇਮੀ ਜਨਾਂ ਦੇ ਨਾਲ ਆ ਕੇ ਹਰਿਮੰਦਰ ਸਾਹਿਬ ਦੀ ਸੇਵਾ ਕਰਦੇ। ਸੰਗਤਾਂ ਨੇ ਆ ਕੇ ਦੱਸਿਆ, ਮਹਾਰਾਜ